ਇੱਕ ਅਰਦਾਸ ਪਾਠ ਕੀਰਤ ਕੀ। ਗੁਰੂ ਨਾ ਰਾਮਦਾਸ ਰਾਖੋ ਸਰਣਾਈ। ਧਰਨ ਗਗਨ ਨਵ ਖੰਡ ਮੈਂ ਜੋਤ ਸਰੂਪੀ ਰਹੋ ਪਰ। ਭਨ ਮਥੁਰਾ ਕਛ ਭੇਦ ਨਹਿ ਗੁਰ ਅਰਜਨ ਪਰਤਖ ਹਰ। ਕਾਮ ਕ੍ਰੋਧ ਲੋਭ ਝੂਠ ਨਿੰਦਾ ਹਿੰਤੇ ਆਪ ਛਡਾਵ। ਏ ਭੀਤਰ ਤੇ ਇਨਕੋ ਡਰ ਆਪਨ ਨਿਕਟ ਬਲਾਵ। ਆਪਣੀ ਬੇਦ ਆਪ ਜਨਾਵ। ਧੰਨ ਧੰਨ ਮਹਾਂਪੁਰਖ ਬਾਬਾ ਸਿਲਵਰਾ ਸਾਹਿਬ ਜੀ, ਬਾਬਾ ਡੋਗਰ ਮਹਾਬਲੀ ਜੀ, ਤਨਾਂ ਦੇ ਦਰ ਸਥਾਨਾਂ 'ਤੇ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਰੋਜ਼ ਦੀ ਤਰ੍ਹਾਂ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਪਵਿੱਤਰ ਗੁਰਬਾਣੀ ਦੀ ਬਖਸ਼ਿਸ਼ ਕਰਦੇ ਹਨ, ਇਸ ਵਾਸਤੇ ਨਿਮਾਣੇ ਨਿਤਾਣੇ ਅਣਜਾਣ ਜੀਵ ਦੀ ਹਾਜ਼ਰੀ ਪ੍ਰਵਾਨ ਕਰਨੀ ਕਿ ਕੁਝ ਸਮਾਂ ਇਸ ਪਵਿੱਤਰ ਗੁਰਬਾਣੀ ਦੇ ਨਾਲ ਸਾਂਝ ਬਣ ਸਕੇ। ਇਹਦੇ ਅਨੁਸਾਰ ਜੀਵਨ ਬਣਾਉਣ ਦਾ ਸਤਿਗੁਰੂ ਜੀ ਬਲ ਬਖਸ਼ਿਸ਼ ਕਰਨ, ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਕੀ ਸਾਧ ਸੰਗਤ, ਗੁਰੂ ਕਿਰਪਾ ਅਨੁਸਾਰ ਚੱਲ ਰਹੀ ਪਿਛਲੇ ਸਮਿਆਂ ਤੋਂ ਪਵਿੱਤਰ ਗੁਰਬਾਣੀ ਦੀ ਲਗਾਤਾਰ ਵਿਚਾਰ ਦੇ ਅਨੁਸਾਰ ਅੱਜ ਦਾ ਜੋ ਫਰਮਾਨ ਹੈ ਪੰਨਾ 1080 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮਾਰੂ ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਮਾਰੂ ਰਾਗ ਦੇ ਵਿੱਚ ਇਹ ਸ਼ਬਦ ਦੀ ਰਚਨਾ ਕੀਤੀ ਹੈ, ਜਿਸ ਵਿੱਚ ਸਤਿਗੁਰੂ ਜੀ ਪਰਮੇਸ਼ਰ ਦੀ ਵਡਿਆਈ ਅਤੇ ਉਹਦੀ ਰਹਿਮਤ ਬਾਰੇ ਜ਼ਿਕਰ ਕਰਦੇ ਹਨ ਅਤੇ ਸਾਨੂੰ ਜਾਂਚ ਦੱਸਦੇ ਹਨ ਕਿ ਭਾਈ ਜੇ ਸਦਾ ਸੁੱਖ ਚਾਹੁੰਦੇ ਹੋ, ਖੁਸ਼ੀ ਚਾਹੁੰਦੇ ਹੋ ਅਤੇ ਜਿੰਨੀ ਹੋ ਸਕੇ ਵੱਧ ਤੋਂ ਵੱਧ ਆਪਣੇ ਮਾਲਕ ਦੀ ਸਿਫਤ ਕਰੋ, ਆਪਣੇ ਗੁਰੂ ਦੀ ਸਿਫਤ ਕਰੋ, ਉਹਦੇ ਕੋਲੋਂ ਰਹਿਮਤ ਮੰਗੋ, ਕਿਰਪਾ ਮੰਗੋ ਅਤੇ ਸਦਾ ਹੀ ਮਨ ਦੀ ਭਾਵਨਾ ਜਿਹੜੀ ਪੂਰੀ ਹੋਣ ਕਰਕੇ ਜੀਵ ਨੂੰ ਤ੍ਰਿਪਤੀ ਸ਼ਾਂਤੀ ਰਹਿੰਦੀ ਹੈ। ਇਸ ਕਰਕੇ ਜੋ ਸਤਿਗੁਰੂ ਜੀ ਇਸ ਰਚਨਾ ਵਿੱਚ ਕਿਰਪਾ ਕਰਦੇ ਹਨ, ਸੁਣਨ ਦਾ ਯਤਨ ਕਰੀਏ। ਮਹਾਰਾਜ ਰਹਿਮਤ ਕਰਨ। ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪ੍ਰਭ ਸਮਰੱਥ ਸਰਬ ਸੁਖ ਦਾਨਾ ਸਿਮਰੋ ਨਾਮ ਹੋ ਮਿਹਰਬਾਨਾ। ਕਹਿੰਦੇ ਹੈ ਸ਼ਕਤੀ ਦੇ ਮਾਲਕ ਸਮਰੱਥ ਪ੍ਰਭੂ ਜੀ, ਤੂੰ ਹੀ ਸਾਰਿਆਂ ਸੁੱਖਾਂ ਦਾ ਦਾਨ ਦੇਣ ਵਾਲਾ ਹੈ ਅਤੇ ਆਪ ਮੇਰੇ ਉੱਤੇ ਮਿਹਰਬਾਨ ਹੋਵੋ, ਜਿਸ ਕਰਕੇ ਮੈਂ ਤੇਰਾ ਨਾਮ ਸਿਮਰਦਾ ਰਹਾਂ। ਕਿਉਂਕਿ ਉਹਦੀ ਮਿਹਰ ਹੋਵੇ, ਕਿਰਪਾ ਹੋਵੇ, ਤਾਂ ਹੀ ਜੀਵ ਉਹਨੂੰ ਯਾਦ ਕਰਦਾ ਹੈ, ਉਹਦੇ ਘਰ ਆਉਂਦਾ ਹੈ, ਉਹਦੀ ਸੰਗਤ ਕਰਦਾ ਹੈ ਅਤੇ ਉਹਦੀ ਸੰਗਤ ਵਿੱਚੋਂ ਕੁਝ ਲਾਹਾ ਪ੍ਰਾਪਤ ਕਰਦਾ ਹੈ। ਆਪਣੇ ਆਪ ਜੇ ਕੋਈ ਚਾਹੇ ਤਾਂ ਫਿਰ ਤਾਂ ਸਾਰਾ ਸੰਸਾਰ ਹੀ ਇਹ ਕਰਮ ਕਰ ਲਵੇ, ਪਰ ਸਤਿਗੁਰਾਂ ਨੇ ਉੱਥੇ ਕੁਝ ਨਿਸ਼ਾਨੀਆਂ ਦੱਸੀਆਂ ਹਨ ਰੱਬ ਦੇ ਪਿਆਰਿਆਂ ਦੀਆਂ, ਜਿਹੜੇ ਸਦਾ ਹੀ ਹਿਰਦੇ ਵਿੱਚ ਉਹਨੂੰ ਯਾਦ ਰੱਖਦੇ ਹਨ, ਜ਼ਬਾਨ ਦੇ ਨਾਲ ਉਹਦਾ ਜਸ ਕਰਦੇ ਹਨ, ਕੰਨਾਂ ਨਾਲ ਸੁਣਦੇ ਹਨ। ਇਸ ਪ੍ਰਕਾਰ ਨੇਤਰਾਂ ਦੇ ਨਾਲ ਦਰਸ਼ਨ ਕਰਦੇ ਹਨ ਅਤੇ ਫਿਰ ਦਰਗਾਹ ਦੇ ਵਿੱਚ ਉਹਨਾਂ ਦੀ ਹਾਜ਼ਰੀ ਲੱਗ ਜਾਂਦੀ ਹੈ। ਅਤੇ ਸਤਿਗੁਰੂ ਜੀ ਕਹਿੰਦੇ ਜਿਹਦੇ ਤੋਂ ਤੂੰ ਕਿਰਪਾ ਕਰੇ ਉਹਨੂੰ ਇਹ ਦਾਤ ਮਿਲਦੀ ਹੈ, ਅਤੇ ਇਹ ਦਾਤ ਜਿਹੜੀ ਪ੍ਰਾਪਤ ਕਰਨ ਵਾਲੇ ਸੰਸਾਰ ਵਿੱਚ ਵਿਰਲੇ ਹਨ। ਆਪ ਜੀ ਜਾਣਦੇ ਹੋ ਮਹਾਰਾਜ ਦਾ ਫਰਮਾਨ ਹੈ, ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਮ
ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਰਨਾ ਗੁਰ ਨਾਮ। ਸਤਿਗੁਰ ਸੇਤੀ ਰਤਿਆਂ, ਦਰਗਾਹ ਪਾਈਐ ਠਾਉ। ਕਹੋ ਨਾਨਕ ਕਿਰਪਾ ਕਰੇ, ਜਿਸਨੂੰ ਇਹ ਵਥ ਦੇ। ਜਗ ਮੈਂ ਉਤਮ ਕਾਢੀਐ, ਵਿਰਲੇ ਕੇਈ ਕੇ। ਇਸ ਕਰਕੇ ਜਿਹਦੇ ਤੇ ਤੂੰ ਤਰਸ ਕਰਦਾ ਹੈ, ਉਹਨੂੰ ਇਹ ਸੋਝੀ ਆਉਂਦੀ ਹੈ, ਉਹਦੇ ਭਾਗਾਂ ਵਿੱਚ ਇਹ ਕੁਝ ਪ੍ਰਾਪਤ ਹੁੰਦਾ ਹੈ। ਹਰ ਦਾਤਾ ਜੀ ਜੰਤ ਭਿਖਾਰੀ, ਜਨ ਬਾਂਛੈ ਜਾ ਚੰਗਨਾ। हे ਹਰੀ ਪਰਮੇਸ਼ਰ, ਇੱਕ ਤੂੰ ਹੀ ਦਾਤਾ ਹੈ, ਬਾਕੀ ਸਭ ਮੰਗਤੇ ਹਨ। ਇਹ ਤੇ ਆਮ ਸਾਰੇ ਧਰਮਾਂ ਵਾਲੇ ਹੀ ਕਹਿ ਰਹੇ ਹਨ ਕਿ ਪਰਮੇਸ਼ਰ ਇੱਕ ਹੈ, ਪਰ ਇੱਕ ਦੀ ਗੱਲ ਤੋਂ ਹੀ ਮੁੜ ਕੇ ਆਪਸ ਵਿੱਚ ਵੱਖੋ ਵੱਖ ਵੰਡ ਪੈ ਜਾਂਦੀ ਹੈ। ਕਿਉਂਕਿ ਜਦੋਂ ਇੱਕ ਦੀ ਮਰਜ਼ਾਦਾ ਦੀ ਇੱਕ ਗੱਲ ਜਾਣੀ ਨਹੀਂ ਜਾਂਦੀ ਤੇ ਵੱਖੋ ਵੱਖ ਆਪੋ ਆਪਣੀ ਵਿਚਾਰ ਅੱਡ ਹੋ ਜਾਂਦੀ ਹੈ। ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ, ਭਾਈ ਜਿੱਥੇ ਇੱਕ ਹੋ, ਇੱਕੋ ਮਿੱਕ ਹੋ ਕੇ ਉਹਨੂੰ ਯਾਦ ਕਰੋ ਤੇ ਉੱਥੇ ਪਰਮੇਸ਼ਰ ਪ੍ਰਗਟ ਹੁੰਦਾ ਹੈ, ਉੱਥੇ ਉਹਦੀ ਸ਼ਕਤੀ ਵਰਤਦੀ ਹੈ। ਜਿੱਥੇ ਵੱਖੋ ਵੱਖ ਵਿਚਾਰਾਂ ਚੱਲ ਪੈਣ, ਹੁਣ ਗੁਰੂ ਘਰ ਕੋਈ ਲੰਗਰ ਹੀ ਲਾਉਣਾ ਹੋਵੇ ਤੇ ਸਾਰੇ, ਕੋਈ ਕਹਿੰਦਾ ਮੈਂ ਇੱਥੇ ਲਾਉਣਾ, ਕੋਈ ਇੱਥੇ ਲਾਉਣਾ, ਤੇ ਜੇ ਸਾਰੇ ਵਿਚਾਰ ਕਰਕੇ ਤੇ ਇੱਕ ਥਾਂ ਇਕੱਤਰ ਹੋ ਕੇ ਕਰਨੀ ਤੇ ਗੁਰੂ ਦੀ ਸੇਵਾ ਹੈ। ਭਲਾ ਕਰਨਾ, ਕਿਸੇ ਨੂੰ ਛਕਾਉਣਾ ਹੈ ਲੋੜਵੰਦ ਨੂੰ, ਉਹਦੇ ਵਿੱਚ ਪਰਮੇਸ਼ਰ ਦੀ ਵੱਧ ਕਿਰਪਾ ਹੋ ਜਾਂਦੀ ਹੈ। ਜੇ ਸੇਵਾ ਕਰਨੀ ਹੈ ਤੇ ਮਿਲ ਕੇ ਕੀਤੀ ਜਾਵੇ, ਪ੍ਰੇਮ ਨਾਲ ਕੀਤੀ ਜਾਵੇ, ਜੋ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸੇਵਾ ਕਰਨ ਦਾ ਢੰਗ ਦੱਸਿਆ। ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ, ਮਹਾਰਾਜ ਤੂੰ ਕਿਰਪਾ ਕਰ, ਸਾਰਿਆਂ ਦਾ ਤੂੰ ਹੀ ਦਾਤਾ ਹੈ। ਵੱਡੇ ਛੋਟੇ ਸਾਰੇ, ਸੂਖਮ ਸਥੂਲ, ਜੀਆ ਜੰਤ ਆਪ ਜੀ ਦੇ ਮੰਗਤੇ ਹਨ। ਤੇ ਮੈਂ ਸੇਵਕ ਜਨ ਵੀ, ਮੈਂ ਵੀ ਮੰਗਣੇ ਵਾਲਾ ਹੋ ਕੇ ਆਪ ਜੀ ਪਾਸੋਂ ਦਾਨ ਮੰਗਦਾ ਹਾਂ, ਚਾਹੁੰਦਾ ਹਾਂ। ਕਿਉਂਕਿ ਇੱਥੇ ਜਿਹੜਾ ਵੀ ਕੋਈ ਆਉਂਦਾ ਹੈ ਉਹਨੂੰ ਕੁਝ ਮਿਲਣਾ, ਜਿਹੜਾ ਇਸ ਘਰ ਮੰਗਤਾ ਬਣ ਕੇ ਆਉਂਦਾ ਹੈ। ਜਿਹੜਾ ਇਹਦੇ ਘਰ ਦਾ ਭਿਖਾਰੀ ਬਣ ਗਿਆ, ਉਹਨੂੰ ਮੁੜ ਕੇ ਮੰਗਣ ਦੀ ਲੋੜ ਨਹੀਂ। ਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਕਰਕੇ ਜਿੰਨਾ ਚਿਰ ਇਹਦੇ ਦਰ ਤੋਂ ਮੰਗਿਆ ਨਹੀਂ ਜਾਂਦਾ, ਲੋੜਾਂ ਪੂਰੀਆਂ ਨਹੀਂ ਹੁੰਦੀਆਂ, ਜੀਵ ਨੂੰ ਤ੍ਰਿਪਤੀ ਨਹੀਂ ਆਉਂਦੀ, ਟਿਕਾ ਨਹੀਂ ਆਉਂਦਾ, ਕਲਪਨਾ ਹਟਦੀ ਨੇ। ਤੇ ਭਾਈ ਗੁਰਦਾਸ ਜੀ ਨੇ ਵੀ ਇਹੀ ਦੱਸਣਾ ਕੀਤਾ ਕਿ ਦਾਤਾ ਉਹ ਨਾ ਆਖੀਏ, ਫਿਰ ਮੰਗਣ ਜਾਈਏ। ਫਿਰ ਕਹਿੰਦੇ ਸਤਿਗੁਰੂ ਐਸਾ ਹੋਵੇ ਜਿਹਦੀ ਸੇਵਾ ਕਰੀਏ, ਮੁੜ ਕੇ ਜੰਮਣ ਮਰਨ ਦੇ ਵਿੱਚ ਬਾਰ-ਬਾਰ ਨਾ ਇਹ ਚੱਕਰ ਦੇ ਵਿੱਚ ਆਉਣਾ ਪਵੇ। ਇਸ ਕਰਕੇ ਸਾਰੇ ਇਹਦੇ ਦਰ ਤੋਂ ਮੰਗਦੇ ਹਨ ਤੇ ਕਹਿੰਦੇ ਆਪਾਂ ਵੀ ਉਹਦੇ ਗਾੜੀ ਅਰਦਾਸ ਕਰੀਏ, ਮਹਾਰਾਜ ਸਾਡੇ ਤੇ ਵੀ ਕਿਰਪਾ ਕਰ। ਮੰਗੋ ਜਨ ਧੂਰ ਪਰਮ ਗਤ ਪਾਵ, ਜਨਮ ਜਨਮ ਕੀ ਮੈਲ ਮਿਟਾਵ। ਮੈਂ ਸੰਤ ਜਨਾਂ ਦੀ ਚਰਨ ਧੂੜੀ ਮੰਗਦਾ ਹਾਂ, ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ। ਗੁਰ ਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀ ਗਤ ਪਾਏ। ਭਾਵ ਨਿਮਰਤਾ ਸਹਿਤ ਉਹਨਾਂ ਦੀ ਸੰਗਤ ਕਰੇ ਤੇ ਉਹਨਾਂ ਤੋਂ ਕੁਝ ਜਾਚ ਸਿੱਖਣੀ। ਇਹ ਨਾ ਹੋਵੇ ਕਿ ਉਹਨਾਂ ਨੂੰ ਜਾ ਕੇ ਨੋਕਾ ਟੋਕੀ ਕਰੀ ਜਾਣੀ, ਤੂੰ ਆਹ ਕੰਮ ਗਲਤ ਕੀਤਾ, ਆਹ ਕੀਤਾ। ਨਹੀਂ, ਆਪਣੀ ਸਿਆਣਪ ਛੱਡ ਕੇ ਜਿਹੜੇ ਉਹਦੇ ਰੰਗ ਵਿੱਚ ਰਤੇ ਹਨ, ਜਿਨ੍ਹਾਂ ਨੂੰ ਉਹਦੀ ਮਰਜ਼ਾਦਾ ਦਾ ਪਤਾ ਹੈ, ਜਿਨ੍ਹਾਂ 'ਤੇ ਕਿਰਪਾ, ਜਿਹੜੇ ਕਦੀ ਉਹਨੂੰ ਭੁਲਾਉਂਦੇ ਨਹੀਂ, ਉਹਨਾਂ ਦੀ ਚਰਨ ਧੂੜੀ ਮਿਲ ਜਾਵੇ ਤੇ ਫਿਰ ਕਿਰਪਾ ਹੁੰਦੀ ਹੈ। ਜਿਸ ਕਰਕੇ ਜਨਮ ਜਨਮ ਦੀ ਪਾਪਾਂ ਰੂਪੀ ਮੈਲ ਨੂੰ ਮਿਟਾ ਕੇ ਕੇਵਲ ਮੁਕਤੀ ਨੂੰ ਪਾਉਣਾ ਕਰਾਂ। ਹੇ ਪਰਮੇਸ਼ਰ ਐਸੀ ਰਹਿਮਤ ਬਖਸ਼। ਦੀਰਘ ਰੋਗ ਮਿਟੇ ਹਰ ਔਖਦ, ਹਰ ਨਿਰਮਲ ਰਾਪੈ ਮੰਗਣਾ। ਹੇ ਹਰੀ, ਹਰੇਕ ਥਾਂ ਹਰ ਇੱਕ ਦੇ ਵਿੱਚ ਵਸਣ ਵਾਲੇ ਮਾਲਕ, ਬੜਾ ਦੀਰਘ ਕਹਿੰਦੇ ਲੰਮਾ ਜੋ ਅਗਿਆਨ ਰੂਪੀ ਰੋਗ ਹੈ, ਉਹ ਹਰੀ ਨਾਮ ਰੂਪ ਦਾਰੂ ਕਰਕੇ ਮਿਟਦਾ ਹੈ। ਕਿਉਂਕਿ ਸਤਿਗੁਰਾਂ ਦਾ ਫਰਮਾਨ ਹੈ, ਜਿੰਨੇ ਰੋਗ ਸਾਰਿਆਂ ਤੋਂ ਵੱਡਾ ਹਉਮੈ ਦਾ ਰੋਗ ਹੈ। ਤੇ ਨਾਲ ਇਹ ਵੀ ਕਿਹਾ, ਹਉਮੈ ਦੀਰਘ ਰੋਗ ਹੈ, ਦਾਰੂ ਪੀਏ ਸਮਾਏ। ਕਹਿੰਦੇ ਸਭ ਤੋਂ ਵੱਡਾ ਇਹ ਰੋਗ ਮੈਂ ਦਾ ਹੈ।
ਤੇ ਇਹ ਵੀ ਗੁਰੂ ਦੀ ਕਿਰਪਾ ਦੇ ਨਾਲ, ਉਹਦੇ ਨਾਮ ਦੇ ਅਭਿਆਸ ਨਾਲ ਇਹ ਖਤਮ ਹੁੰਦਾ ਹੈ। ਪਰ ਇਹ ਵਾ ਦਾਰੂ, ਨਾਮ ਦਾ ਦਾਰੂ, ਨਾਮ ਦਾ ਸਾਧਨ ਕੋਈ ਵਿਰਲਾ ਕਰਦਾ ਹੈ। ਤੇ ਸਭ ਤੋਂ ਵੱਡੀ ਇਹ ਸ਼ਕਤੀ ਹੈ। ਇਸ ਕਰਕੇ ਹੈ ਨਿਰਮਲ ਹਰੀ, ਮੈਂ ਆਪ ਜੀ ਵਿੱਚ ਰੰਬਣਾ ਮੰਗਣਾ। ਨਿਰਮਲ ਰਾਪੇ ਮੰਗਣਾ, ਰਾਪਣ ਤੋਂ ਭਾਵ ਹੁੰਦਾ ਕਿ ਆਪਣੇ ਆਪ ਨੂੰ ਰੰਗ ਚੜ੍ਹਾ ਲੈਣਾ, ਉਹਦੇ ਵਿੱਚ ਰੰਗੇ ਜਾਣਾ, ਆਨੰਦ ਉਹਦਾ ਲਾਹਾ ਪ੍ਰਾਪਤ ਹੋ ਜਾਣਾ। ਤੇ ਮੈਂ ਵੀ ਇਹ ਮੰਗਦਾ ਹਾਂ ਮਹਾਰਾਜ, ਤੇਰੇ ਨਾਮ ਦਾ ਰੰਗ ਚੜ੍ਹ ਜਾਵੇ। ਤੇ ਉਹ ਗੂੜਾ ਰੰਗ ਜਿਹੜਾ ਹੈ ਨਾਮ ਦਾ, ਮਜੀਠ ਰੰਗ ਲਾਲ ਜਿਹੜਾ ਹੈ, ਤੇ ਸਤਿਗੁਰੂ ਜੀ ਕਹਿੰਦੇ ਲਾਲ ਰੰਗ ਤਿਸ ਕਉ ਲਗਾ, ਜਿਸ ਕੇ ਵਡ ਭਾਗਾ, ਮੈਲਾ ਕਦੇ ਨਾ ਹੋਈ ਨਾ ਲਾਗੇ ਦਾਗਾ। ਗੁਰੂ ਕਲਗੀਧਰ ਪਾਤਸ਼ਾਹ ਜੀ ਜਫਰਨਾਮੇ ਦੇ ਵਿੱਚ ਵੀ ਕਿਹਾ ਹੈ, ਪਰਮੇਸ਼ਰ ਸਾਨੂੰ ਐਸਾ ਉਹ ਗੂੜਾ ਰੰਗ, ਉਹ ਐਸਾ ਆਪਣੀ ਮਸਤੀ ਨਾਮ ਦੀ ਦਾ ਪਿਆਲਾ ਬਖਸ਼, ਜਿਹਦੇ ਕਰਕੇ ਸਦਾ ਹੀ ਆਨੰਦ ਬਣਿਆ ਰਹੇ। ਸਰਵਣੀ ਸੁਣੋ ਬਿਮਲ ਜਸ ਸੁਆਮੀ, ਏਕਾ ਓਟ ਤਜੋ ਬਿਖ ਕਾਮੀ। ਹੇ ਸੁਆਮੀ ਪਰਮਾਤਮਾ, ਆਪ ਜੀ ਦੇ ਨਿਰਮਲ ਜਸ ਨੂੰ ਮੈਂ ਕੰਨੀ ਸੁਣਦਾ ਹਾਂ। ਤੇ ਜਿਉਂ-ਜਿਉਂ ਉਹਦਾ ਪਵਿੱਤਰ ਜਸ ਸੁਣਿਆ ਜਾਵੇ, ਪਵਿੱਤਰ ਉਹਦੀ ਸੋਭਾ ਕੀਤੀ ਜਾਵੇ, ਸੁਣੀ ਜਾਵੇ, ਤਿਉਂ-ਤਿਉਂ ਆਪਣੇ ਸਰੀਰ ਦੀ ਪਵਿੱਤਰਤਾ ਹੁੰਦੀ ਹੈ। ਇੱਕ ਆਪ ਜੀ ਦੀ ਓਟ ਲੈ ਕੇ ਵਿਹੋ ਰੂਪ ਕਾਮਨਾ ਨੂੰ ਜਾਂ ਵਿਸ਼ਿਆਂ ਦੀ ਕਾਮਨਾ ਨੂੰ ਤਿਆਗਦਾ ਹਾਂ, ਫਿਰ ਇਹ ਦੂਰ ਹੋ ਸਕਦੇ ਹਨ। ਕ੍ਰੋਧ ਹੈ, ਹੋਰ ਵਿਸ਼ੇ ਵਿਕਾਰ ਦੀ ਮਨ ਦੀ ਭਾਵਨਾ ਹੈ, ਇਹ ਤੇਰੇ ਨਾਮ ਦੇ ਓਟ ਕਰਕੇ ਹੀ ਦੂਰ ਹੁੰਦੀ ਹੈ। ਤੇ ਫਿਰ ਤੇਰੇ ਜਿਹੜੇ ਸੇਵਕ ਹਨ, ਉਹਨਾਂ ਦੀ ਸੰਗਤ, ਉਹਨਾਂ ਦੇ ਚਰਨਾਂ ਦੇ ਨਾਲ ਜੁੜਨ ਦੀ ਨਿਮਰਤਾ ਚਾਹੁੰਦਾ ਹਾਂ। ਨਿਵ ਨਿਵ ਪਾਏ ਲਗਾਉ ਦਾਸ, ਤੇਰੇ ਘਰ ਸੁਕ੍ਰਿਤ ਨਹੀਂ ਸੰਗਨਾ। ਨਿਉ ਨਿਉ ਕੇ ਝੁਕ ਝੁਕ ਕੇ ਤੇਰੇ ਦਾਸਾਂ ਦੀ ਚਰਨੀ ਲੱਗਦਾ ਹਾਂ, ਅਤੇ ਪੁੰਨ ਕਰਮਾਂ ਦੇ ਕਰਨ ਵੱਲੋਂ ਸੰਕੋਚ ਨਹੀਂ ਕਰਦਾ। ਚੰਗਾ ਕੰਮ ਜਦੋਂ ਵੀ ਹੋਵੇ ਉਦੋਂ ਹੀ ਕਰ ਲਵਾਂ। ਸਿਆਣਿਆਂ ਦੀ ਸਿੱਖਿਆ, ਜਿਹੜਾ ਕੰਮ ਹੀ ਚੰਗਾ ਉਹਦੇ ਵਾਸਤੇ ਦੇਰ ਨਹੀਂ ਕਰਨੀ ਚਾਹੀਦੀ, ਕਿਸੇ ਨੂੰ ਪੁੱਛਣਾ ਨਹੀਂ ਚਾਹੀਦਾ। ਮਾੜੇ ਵਾਸਤੇ ਢਿੱਲ ਕਰੋ, ਸ਼ਾਇਦ ਮਾੜੇ ਤੋਂ ਬਚ ਜਾਓ। ਚੰਗਾ ਜਦੋਂ ਵੀ ਹੋ ਸਕੇ ਉਦੋਂ ਹੀ ਕਰ ਲਓ। ਸਿਆਣਿਆਂ ਦੀ ਸਿੱਖਿਆ ਭਲੇ ਕੰਮ ਦਾ ਸਲਾਹੁਣਾ ਕੀ, ਨੇਕ ਸਲਾਹ ਕੀ, ਉਹਦਾ ਸਲਾਹੁਣਾ ਕੀ ਹੈ। ਇਸ ਕਰਕੇ ਪਰਮੇਸ਼ਰ ਕਿਰਪਾ ਕਰ ਤੇ ਮੈਨੂੰ ਇਹ ਨਿਮਰਤਾ ਆ ਜਾਵੇ, ਜਿੰਨੇ ਵੀ ਤੇਰੇ ਸੇਵਕ ਹਨ ਉਹਨਾਂ ਦੇ ਅੱਗੇ ਮੈਂ ਆਪਣੀ ਮੈਂ ਨਾ ਵਿਖਾਵਾਂ, ਨਿਮਰਤਾ ਵਿੱਚ ਆ ਜਾਵਾਂ ਤੇ ਉਹਨਾਂ ਕੋ ਲਾਹਾ ਪ੍ਰਾਪਤ ਹੋ ਜਾਵੇ। ਰਸਨਾ ਗੁਣ ਗਾਵੇ ਹਰ ਤੇਰੇ, ਮਿਟੇ ਕਮਾਤੇ ਅਵਗੁਣ ਮੇਰੇ। ਹੇ ਹਰੀ, ਇਹ ਕਿਰਪਾ ਕਰ, ਮੇਰੇ ਤੇ ਦਇਆ ਕਰ, ਜੋ ਮੇਰੀ ਰਸਨਾ ਤੇਰੇ ਗੁਣਾਂ ਨੂੰ ਗਾਉਣਾ ਕਰੇ। ਜਿਹੜੇ ਹੋਰ ਕਈ ਤਰ੍ਹਾਂ ਦੇ ਮੰਦੇ ਚੰਗੇ ਜ਼ਬਾਨ ਬੋਲਦੀ ਹੈ, ਇਹ ਤੇਰਾ ਜਸ ਕਰੇ। ਤੇ ਮੇਰੇ ਕੰਨ ਜਿਹੜੇ ਹੋਰ ਕਈ ਤਰ੍ਹਾਂ ਦੇ ਵਿਅਰਥ ਬਚਨ ਸੁਣਨਾ ਚਾਹੁੰਦੇ ਹਨ, ਉਹ ਸੁਣਨੋਂ ਹਟ ਜਾਣ। ਤੇ ਹੁਣ ਜਿਹੜਾ ਰੱਬ ਦਾ ਪਿਆਰਾ ਜਿੱਧਰ ਵੀ ਜਾਂਦਾ ਹੈ, ਉਹ ਤੇ ਆਪ ਧਰਤੀ ਨੂੰ ਪਵਿੱਤਰ ਕਰਦਾ ਹੈ। ਤੇ ਅਸੀਂ ਬੜੇ ਪੀਪੇ ਲਾ ਕੇ ਮਗਰ ਟਰੈਕਟਰਾਂ ਦੇ ਜਾਂ ਹੋਰ ਕਿਤੇ, ਤੇ ਨਾਲ ਉਹ ਰਾਹ ਵੀ ਗੰਦਾ ਕਰਦੇ ਹਾਂ, ਤੇ ਧਰਤੀ ਨੂੰ ਵੀ ਗੰਦਾ ਕਰਦੇ ਹਾਂ, ਤੇ ਜਿਹੜੇ ਕੋਈ ਰੱਬ ਦੇ ਪਿਆਰੇ ਉਹਨਾਂ ਨੂੰ ਹੀ ਤੰਗ ਕਰਦੇ ਹਾਂ, ਤੇ ਸਮਝਦੇ ਕਿ ਸਾਨੂੰ ਕੋਈ ਬੜਾ ਚੰਗਾ ਕਹੇਗਾ। ਨਾਲੇ ਗੰਦ ਖਿਲਾਰਦੇ ਜਾਣਾ, ਨਾਲੇ ਆਸੇ ਪਾਸੇ ਵੇਖਣਾ ਕਿ ਮੈਨੂੰ ਲੋਕ ਪਤਾ ਨਹੀਂ ਕਿੰਨਾ ਕੁ ਚੰਗਾ ਕਹਿੰਦੇ ਹਨ। ਇੱਕ ਕਿਸੇ ਦਾ ਭਲਾ ਕਰ ਦੇਣਾ ਕਿੱਡਾ ਵੱਡਾ ਪੁੰਨ ਹੈ, ਤੇ ਕਿੰਨਿਆਂ ਨੂੰ ਤੋੜਨਾ ਉੱਧਰੋਂ ਉਹ ਕਿੰਨਾ ਵੱਡਾ ਪਾਪ ਹੈ। ਇਸ ਕਰਕੇ ਤੂੰ ਰਹਿਮਤ ਕਰ, ਮੈਂ ਸਦਾ ਤੇਰੇ ਹੀ ਗੁਣ ਗਾਵਾਂ, ਮਾੜੇ ਬਚਨਾਂ ਤੋਂ ਰੁਕ ਜਾਵਾਂ, ਜਿਸ ਕਰਕੇ ਮੇਰੇ ਕਮਾਏ ਹੋਏ ਔਗਣ ਮਿਟ ਜਾਣ, ਮਾੜੇ ਕੰਮ ਜਿਹੜੇ ਮੇਰੇ ਦੂਰ ਹੋ ਜਾਣ। ਕਿਉਂਕਿ ਚੰਗੇ ਗੁਣਾਂ ਨੂੰ ਸੁਣਨ ਵਾਲਾ ਜਿਹੜਾ, ਉਹਦੇ ਅੰਦਰ ਚੰਗੇ ਗੁਣ ਪੈਦਾ ਹੁੰਦੇ ਹਨ, ਮਾੜੇ ਸੁਣਨ ਵਾਲੇ ਦੇ ਅੰਦਰ ਮਾੜੇ ਆਉਂਦੇ ਹਨ। ਜਿਹੋ ਜਿਹੀ ਦਵਾਈ ਖਾਈਏ ਉਹੋ ਜਿਹਾ ਅਸਰ ਹੁੰਦਾ ਹੈ, ਤੇ ਜਿਹੜਾ ਗਲਤ ਵਰਤਦਾ ਹੈ ਫਿਰ ਉਹਦਾ ਉਲਟ ਵੀ ਹੋ ਜਾਂਦਾ ਹੈ। ਇਸ ਕਰਕੇ ਭਾਈ ਗੁਰਦਾਸ ਜੀ ਨੇ ਦੱਸਣਾ ਕੀਤਾ, ਮਹਾਰਾਜ ਤੂੰ ਐਸੀ ਸਾਡੇ ਤੇ ਰਹਿਮਤ ਕਰ। ਦ੍ਰਿਗਨ ਮੈਂ ਦੇਖਤਾ ਹੋ ਦ੍ਰਿਗ ਹੋ, ਜੋ ਦੇਖੋ ਚਾਹੇ ਪਰਮ ਅਨੂਪ ਰੂਪ ਸੁੰਦਰ ਦਿਖਾਈ ਹੈ।
ਸਰਵਣ ਮੈਂ ਸੁਣਤ ਜੋ ਸਰਵਣ ਹੋ ਸੁਨਿਓ ਚਾਹੇ ਅਨਹਦ ਸ਼ਬਦ ਪ੍ਰਸੰਨ ਹੋਏ ਸੁਣਾਈਐ ਰਸਨਾ ਮੈਂ ਰੜਤ ਜੋ ਰਸਨਾ ਹੋ ਰਸੇ ਚਾਹੇ ਪਰਮ ਰਸ ਅੰਮ੍ਰਿਤ ਚੁਆਏ ਕੇ ਚਖਾਈਐ ਮਨ ਮੈਂ ਬਸੋ ਮਲ ਮਇਆ ਕੀਜੇ ਮਹਾਰਾਜ ਧਾਵਤ ਵਰਜ। ਹੇ ਮਹਾਰਾਜ, ਸਾਡਾ ਮਨ ਜਿਹੜਾ ਧਾਉਂਦਾ ਹਰ ਵੇਲੇ ਭਟਕਦਾ ਫਿਰਦਾ, ਇਹਨੂੰ ਵੱਜ ਕੇ ਰੱਖ, ਇਹਨਾਂ ਨੂੰ ਇੱਕ ਥਾਂ ਟਿਕਾ ਰੱਖੀਏ। ਜਿਹੜੀਆਂ ਮੇਰੀਆਂ ਅੱਖਾਂ ਮਾੜਾ ਕੁਝ ਵੇਖ ਕੇ ਖੁਸ਼ ਹੁੰਦੀਆਂ ਹਨ, ਕਿਉਂਕਿ ਆਮ ਇਨਸਾਨ ਦੀ ਹਾਲਤ ਹੈ ਸੰਸਾਰੀ ਜੀਵਾਂ ਦੀ ਸਾਡੀ, ਬਾਹਰੋਂ ਭਾਵੇਂ ਕਿਸੇ ਤੋਂ ਲੁਕਾਉਂਦੇ ਹਾਂ ਪਰ ਅੰਦਰੋਂ ਸਾਡੀ ਜ਼ੁਬਾਨ ਭੈੜੇ ਬਚਨ ਬੋਲ ਕੇ ਬੜੀ ਪ੍ਰਸੰਨ ਹੁੰਦੀ ਹੈ। ਕਿਸੇ ਦੀ ਨਿੰਦਿਆ ਕਰਕੇ, ਚੁਗਲੀ ਕਰਕੇ, ਫਿਰ ਕਹਿਣਾ ਮੈਂ ਤੇਰੇ ਕੋਲ ਦੱਸਦਾ, ਹੋਰ ਕਿਸੇ ਨੂੰ ਦੱਸੀ ਨਾ। ਅਤੇ ਇਸ ਤਰ੍ਹਾਂ ਕਹਿੰਦੇ ਕਹਿੰਦੇ ਸਾਰੇ ਦੱਸੀ ਵੀ ਜਾਣੀ, ਨਿੰਦਿਆ ਕਰੀ ਵੀ ਜਾਣੀ। ਅਤੇ ਫਿਰ ਸਾਡੇ ਕੰਨ ਜਿਹੜੇ ਸੁਣਨਾ ਚਾਹੁੰਦੇ ਹਨ, ਉਹ ਮਾੜੇ ਬਚਨ ਸੁਣ ਕੇ ਬੜੇ ਖੁਸ਼ ਹੁੰਦੇ ਹਨ, ਪਰ ਉਹਦਾ ਜਿਹੜਾ ਅਸਰ ਮਾੜਾ ਹੈ। ਨਿਰਾ ਖਾਦਿਆਂ ਹੀ ਅਸਰ ਨਹੀਂ ਹੁੰਦਾ, ਸੁਣਿਆ, ਵੇਖਿਆ, ਬੋਲਿਆ, ਇਹ ਸਾਰਾ ਅਸਰ ਪੈਂਦਾ ਹੈ। ਅਤੇ ਪਰਮੇਸ਼ਰ ਤੋਂ ਆਪਣੇ ਗੁਣਾਂ ਦੀ ਸਾਨੂੰ ਦਾਤ ਬਖਸ਼, ਵਿਸਰਨਾਈ ਦਾਤਾਰ ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਸਿਮਰ ਸਿਮਰ ਸੁਆਮੀ ਮਨ ਜੀਵੇ, ਪੰਚ ਦੂਤ ਤਜ ਤੰਗਨਾ। ਹੇ ਸੁਆਮੀ ਪਰਮਾਤਮਾ, ਪਵਿੱਤਰ ਪਰੇ ਤੋਂ ਪਰੇ ਆਤਮਾ ਵਾਲੇ, ਸ਼ਕਤੀ ਵਾਲੇ ਪਰਮੇਸ਼ਰ, ਆਪ ਜੀ ਦੇ ਸਿਮਰਨ ਨੂੰ ਸਿਮਰ ਕੇ ਮੇਰਾ ਮਨ ਜਿਉਂਦਾ ਹੈ, ਅਤੇ ਤੰਗ ਕਰਨ ਵਾਲੇ ਪੰਜ ਕਾਮ ਆਦਿਕ ਦੂਤਾਂ ਨੂੰ ਤਿਆਗਿਆ ਹੈ, ਜਾਂ ਤੰਗਸੀ ਦੇ ਸਹਿਤ ਪੰਜਾਂ ਦੂਤਾਂ ਨੂੰ ਤਿਆਗਿਆ ਹੈ। ਜਿਸ ਵੇਲੇ ਪੰਜ ਜਿਹੜੇ ਦੂਤ ਹਨ, ਪੰਜ ਵਿਕਾਰ ਹਨ ਆਦਿਕ, ਇਹਨਾਂ ਨੂੰ ਦੂਤਾਂ ਨੂੰ ਤਿਆਗਿਆ, ਅਤੇ ਫਿਰ ਔਖੇ ਨਾ ਹੋਏ, ਸਦਾ ਸੁੱਖ ਮਿਲ ਗਿਆ। ਕਿਉਂਕਿ ਪੰਜ ਹੀ ਇਹ ਜਿਹੜੇ ਹਨ, ਜਦੋਂ ਕਿਸੇ ਵਿੱਚ ਆ ਕੇ ਵੱਸਦੇ ਹਨ ਅਤੇ ਉਹਦੇ ਕੋਲ ਕਈ ਗਲਤ ਕੰਮ ਕਰਵਾ ਦਿੰਦੇ ਹਨ, ਕਈ ਕੁਝ ਹੋ ਜਾਂਦਾ ਹੈ। ਮਨੁੱਖ ਉਹੀ ਹਨ ਸਾਰੇ, ਪਰ ਜਿਨ੍ਹਾਂ ਵਿੱਚ ਇਹ ਪੰਜ ਵਿਕਾਰ ਪੈਦਾ ਹੋ ਜਾਂਦੇ ਹਨ, ਉਹਦੇ ਕਰਕੇ ਜੀਵ ਦੀ ਸਾਰੀ ਕਿਰਿਆ ਬਦਲ ਜਾਂਦੀ ਹੈ। ਅਤੇ ਜਿਹਦੇ ਅੰਦਰ ਇਹ ਪੰਜਾਂ ਦੇ ਥਾਂ ਪੰਜ ਸ਼ੁਭ ਗੁਣ ਆ ਜਾਂਦੇ ਹਨ, ਉਹਨੂੰ ਪਰਮੇਸ਼ਰ ਦਾ ਰੂਪ ਕਿਹਾ ਜਾਂਦਾ ਹੈ। ਚਰਨ ਕਮਲ ਜਪ ਬੋਹਿਤ ਚਰੀਐ, ਸੰਤ ਸੰਗ ਮਿਲ ਸਾਗਰ ਤਰੀਐ। ਜਿਹੜੇ ਕਦੇ ਵੀ ਉਹਨੂੰ ਭੁਲਾਉਂਦੇ ਨਹੀਂ, ਨਾ ਖਾਣ ਲੱਗਿਆ ਨਾ ਪਹਿਨਣ ਲੱਗਿਆ। ਅਤੇ ਲੋਕ ਤਾਂ ਪਹਿਨਣ ਦੇ ਵੇਲੇ ਇਹ ਕਹਿੰਦੇ ਚੰਗੇ ਤੋਂ ਚੰਗਾ ਫੈਸ਼ਨ ਵਾਲਾ ਕੱਪੜਾ ਹੋਵੇ, ਜਿਹੜਾ ਕਹੇ ਕੋਈ ਹਰ ਇੱਕ ਕਿ ਇਹਦੇ ਵਰਗਾ, ਤੇਰੇ ਵਰਗਾ ਕਿਸੇ ਕੋ ਵੇਖਿਆ ਹੀ ਨਹੀਂ। ਅਤੇ ਇਸ ਕਰਕੇ ਰੱਬ ਦੇ ਪਿਆਰੇ ਕਹਿੰਦੇ ਉਹ ਪਾਈਏ ਜਿਹਦੇ ਨਾਲ ਸਾਡੀ ਵੀ ਇੱਜ਼ਤ ਰਹਿ ਜਾਵੇ ਅਤੇ ਵੇਖਣ ਵਾਲੇ ਦੇ ਮਨ ਨੂੰ ਵੀ ਸ਼ਾਂਤੀ ਆ ਜਾਵੇ। ਇਹ ਨਾ ਹੋਵੇ ਕਿ ਗੁਰੂ ਘਰ ਵੀ ਜਾਣਾ ਅਤੇ ਇਹੋ ਜਿਹਾ ਫੈਸ਼ਨ ਕਰਕੇ ਜਾਣਾ, ਆਪ ਤੇ ਨਰਕਾਂ ਨੂੰ ਜਾਣਾ, ਦੂਜੇ ਦੀ ਬਿਰਤੀ ਖੇਡ ਦੇਣੀ। ਗੁਰੂ ਘਰ ਜਾਂਦਿਆਂ ਵੀ ਸਿਰ ਜਿਹੜਾ ਢੱਕਣਾ ਨਹੀਂ, ਆਪਣੇ ਕੇਸਾਂ ਨੂੰ ਸੰਭਾਲਣਾ ਨਹੀਂ, ਅਤੇ ਉਹ ਫੈਸ਼ਨ ਜਿਹੜਾ ਉਹਨੂੰ ਛੱਡਣਾ ਨਹੀਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਮਹਾਰਾਜ ਸਾਡੇ 'ਤੇ ਕਿਰਪਾ ਕਰ, ਜਦੋਂ ਤੇਰੀ ਸੰਗਤ ਵਿੱਚ ਆਈਏ ਅਤੇ ਮਿਲ ਕੇ ਸੰਗਤ ਦੇ ਨਾਲ ਹਰੀ ਨਾਮ ਨੂੰ ਜਪੀਏ। ਸੰਗਤ ਵਿੱਚ ਮਿਲ ਕੇ ਨਾਮ ਜਪਣਾ ਇਹਦਾ ਬੜਾ ਵੱਡਾ ਮਹਾਤਮ ਹੈ। ਤਾਂ ਹੀ ਕਿਹਾ ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ। ਅਤੇ ਚਰਨ ਕਮਲਾਂ ਦੇ ਧਿਆਨ ਕਰਨੇ ਰੂਪ ਜਹਾਜ਼ ਉੱਤੇ ਚੜ੍ਹੀਏ, ਤਾਂ ਹੀ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ ਹੈ। ਅਤੇ ਮਨੁੱਖ ਤਾਂ ਪਤਾ ਨਹੀਂ ਕਿੰਨੇ ਸਾਲ ਉਮਰ ਖਾ ਜਾਂਦਾ, ਫਿਰ ਵੀ ਕਹਿੰਦਾ ਅਜੇ ਨਹੀਂ, ਕੋਈ ਗੱਲ ਨਹੀਂ, ਹੋਰ ਸਾਡੇ ਕਾਰੋਬਾਰ ਬੜੇ ਹਨ, ਅਜੇ ਨਹੀਂ ਇਹ ਕੰਮ ਹੋਣਾ ਸਾਡੇ ਕੋਲ, ਪਤਾ ਨਹੀਂ ਕਿੰਨਾ ਕੁ ਔਖਾ ਹੈ। ਹੋਰ ਔਖੇ ਹੋ ਕੇ ਕਈ ਮੁਸ਼ਕਿਲਾਂ ਝੱਲਣੀਆਂ, ਪਰ ਗੁਰੂ ਦਾ ਬਚਨ ਜਿਹੜਾ ਉਹਨੂੰ ਸਭ ਤੋਂ ਔਖਾ ਗਿਣਨਾ। ਅਤੇ ਸਤਿਗੁਰੂ ਜੀ ਕਹਿੰਦੇ ਫਿਰ ਪਾਰ ਕਿਵੇਂ ਹੋਇਆ ਜਾਵੇਗਾ? ਜੇ ਗੁਰੂ ਵਾਲਾ ਹੀ ਨਹੀਂ ਬਣਿਆ ਅਤੇ ਗੁਰੂ ਦੀ ਖੁਸ਼ੀ ਕਾਹਦੀ, ਮਨ ਕਾਹਦਾ ਸਾਫ਼ ਹੋਇਆ ਜੇ ਗੁਰੂ ਦੇ ਆਖੇ ਲੱਗਾ ਨਹੀਂ? ਮਰਜ਼ੀ ਤੇ ਆਪਣੀ ਹੈ ਅਤੇ ਗੁਰੂ ਦੀ ਗੱਲ ਕਾਹਦੀ ਹੈ? ਅਰਚਾ ਬੰਧਨ ਹਰ ਸੰਮਤ ਨਿਵਾਸੀ, ਬੌੜ ਜੋਨ ਨਾ ਨੰਗਨਾ। ਇਸੇ ਕਰਕੇ ਹੀ ਕਈ ਲੋਕ ਜਿਹੜੇ ਆਪਣੇ ਅਸਲ ਧਰਮ ਨੂੰ ਛੱਡ ਕੇ ਅਤੇ ਹੋਰ ਪਾਸੇ ਜਾ ਕੇ ਚੌਧਰਾਂ ਕਰਦੇ, ਉੱਥੇ ਕਈ ਕੁਝ ਕਰਦੇ, ਮੁਖਤਿਆਰੀਆਂ ਕਰਦੇ ਕਿ ਇੱਧਰ ਸਾਨੂੰ ਕੋਈ ਪਾਬੰਦੀ ਨਹੀਂ, ਦੂਜਿਆਂ ਨੂੰ ਮੱਤਾਂ ਦਿੰਦੇ, ਪਰ ਜਿਹੜੀ ਗੁਰੂ ਦੀ ਮੱਤ ਹੈ ਉਹ ਆਪ ਲੈ ਕੇ ਖੁਸ਼ ਨੇ।
ਤੇ ਕਹਿੰਦੇ ਮੂਰਤੀ ਦਾ ਪੂਜਨ ਜਾਂ ਚੰਦਨ ਦਾ ਛਿੜਕਣਾ ਵੀ ਇਹੀ ਹੈ, ਨਮਸਕਾਰ ਦਾ ਕਰਨਾ ਵੀ ਇਹੀ ਹੈ। ਮਤਲਬ ਕਿ ਜਿਹੜਾ ਹਰੀ ਨੂੰ ਇੱਕ ਸਮਾਨ ਸਾਰੇ ਨਿਵਾਸ ਹੋਇਆ ਨਿਸ਼ਚੇ ਕਰਨਾ ਹੈ। ਇਸ ਤਰ੍ਹਾਂ ਕਰਨ ਨਾਲ ਫਿਰ ਜੂਨੀਆਂ ਵਿੱਚ ਪੈ ਕੇ ਨੰਗਾ ਭਾਵ ਸ਼ਰਮਿੰਦਾ ਇੱਜ਼ਤ ਤੋਂ ਰਹਿਤ ਨਹੀਂ ਹੁੰਦਾ। ਕਿਉਂਕਿ ਸਤਿਗੁਰੂ ਜੀ ਕਥਨ ਕਰਦੇ ਹਨ, ਨੰਗਾ ਦੋਜਕ ਚਾਲਿਆ। ਫਿਰ ਕਹਿੰਦੇ ਜਿਵੇਂ ਕਿਹਾ ਦਿਸੇ ਖਰਾ ਡਰਾਵਣਾ। ਮਨੁੱਖ ਬੜਾ ਹੰਕਾਰ ਕਰਦਾ, ਮੇਰੇ ਵਰਗਾ ਕੋਈ ਹੈ ਨਹੀਂ, ਦੂਜਿਆਂ ਦੀਆਂ ਬੇਇੱਜ਼ਤੀਆਂ ਕਰਨੀਆਂ ਚਾਹੁੰਦਾ। ਇਹ ਪਤਾ ਨਹੀਂ ਮੈਂ ਨੰਗਾ ਆਇਆ ਅਤੇ ਨੰਗੇ ਹੀ ਜਾਣਾ ਹੈ। ਅਤੇ ਜਿਨ੍ਹਾਂ ਨੇ ਪਰਮੇਸ਼ਰ ਦੀ ਆਗਿਆ ਨੂੰ ਮੰਨਿਆ ਹੈ ਉਹਨਾਂ ਕੋਲ ਪ੍ਰੇਮ ਦਾ ਕੱਪੜਾ ਹੈ, ਉਹਨਾਂ ਦੀ ਪੈਜ ਸਦਾ ਰਹਿੰਦੀ ਹੈ। ਤਾਂ ਹੀ ਮਰਜ਼ਾਦਾ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਦੱਸੀ, ਭਾਈ ਜਿਹੜਾ ਗੁਰੂ ਕਾ ਸਿੱਖ ਰਹਿਤ ਮਰਜ਼ਾਦਾ ਵਾਲਾ ਹੈ ਉਹ ਸਰੀਰ ਛੱਡ ਵੀ ਜਾਂਦਾ ਹੈ ਅਤੇ ਉਹਨੂੰ ਉਸੇ ਮਰਜ਼ਾਦਾ ਦੇ ਨਾਲ ਉਹਦਾ ਸਾਂਭ ਸੰਭਾਲ ਕਰਕੇ ਅੰਤਮ ਸੰਸਕਾਰ ਹੋਣਾ ਚਾਹੀਦਾ। ਇਹ ਨਹੀਂ ਕਿ ਉਹਦੇ ਕੱਪੜੇ ਪਾੜ ਦਿਓ। ਜੇ ਹੀ ਮਰਜ਼ਾਦਾ ਦੇ ਵਿੱਚ ਉਹਨੇ ਰਹਿਣੀ ਬਹਿਣੀ ਰੱਖੀ ਹੈ ਉਸੇ ਤਰ੍ਹਾਂ ਹੀ ਉਹਦੇ ਨਾਲ ਵਰਤਾਓ ਕਰਨਾ ਚਾਹੀਦਾ ਹੈ। ਉਹਦੀ ਪੈਜ ਪਰਮੇਸ਼ਰ ਰੱਖਦਾ ਹੈ। ਆਪ ਜੀ ਨੇ ਅੱਗੇ ਵੀ ਸਰਵਣ ਕੀਤਾ ਹੈ ਕਿ ਜਦੋਂ ਪਾਕਿਸਤਾਨ ਬਣਦੇ ਵੇਲੇ ਜੰਗ ਹੋਇਆ, ਕੁਝ ਆਪਸ ਵਿੱਚ ਵੱਢ ਫੱਟ ਹੋਈ ਲੋਕਾਂ ਦੀ, ਅਤੇ ਕਹਿੰਦੇ ਫੌਜ ਦਾ ਬੜਾ ਸਖਤ ਪਹਿਰਾ ਸੀ ਅਤੇ ਇੱਕ ਲਾਸ਼ ਜਿਹੜੀ ਹੈ ਪਾਣੀ ਵਿੱਚ ਰੁੜ੍ਹਦੀ ਆਉਂਦੀ ਵੇਖੀ ਕਿਸੇ ਫੌਜ ਦੇ ਅਫਸਰ ਨੇ, ਅਤੇ ਆਪਣੇ ਸਿਪਾਹੀਆਂ ਨੂੰ ਕਹਿਣ ਲੱਗਾ ਇਹਨੂੰ ਜਾ ਕੇ ਕੱਢੋ, ਵੇਖੋ ਕੌਣ ਹੈ। ਜਾ ਕੇ ਵੇਖਿਆ ਅਤੇ ਕਹਿਣ ਲੱਗੇ, ਜਦੋਂ ਉਹਨੂੰ ਬਾਹਰ ਕੱਢਿਆ, ਕਹਿੰਦੇ ਸਾਹਿਬ ਜੀ ਇਹ ਤਾਂ ਕਿਸੇ ਬੀਬੀ ਦਾ ਸਰੀਰ ਹੈ, ਮ੍ਰਿਤਕ ਹੈ। ਅਤੇ ਜਦੋਂ ਉਹਨੇ ਵੇਖਿਆ ਤਾਂ ਉਹਦੇ ਤੇੜ ਕਸ਼ਹਿਰਾ ਹੈ ਅਤੇ ਉਹ ਧਰਤੀ ਨੂੰ ਨਮਸਕਾਰਾਂ ਕਰਨ ਲੱਗ ਪਿਆ। ਉਹ ਜਿਹੜਾ ਅਫਸਰ ਸੀ ਕਹਿਣ ਲੱਗਾ, ਧੰਨ ਬਾਜਾਂ ਵਾਲਾ ਗੁਰੂ ਜਿਹੜਾ ਮਰਨ ਤੋਂ ਬਾਅਦ ਵੀ ਸੇਵਕਾਂ ਦੀ ਪੈਜ ਰੱਖਦਾ, ਬੇਇੱਜ਼ਤੀ ਨਹੀਂ ਹੋਣ ਦਿੰਦਾ। ਚਾਰਨ ਕਰੋ ਸ੍ਰੀ ਵਾਹਿਗੁਰੂ। ਇਹ ਪੱਤ ਦਾ ਕਸ਼ਹਿਰਾ ਜਤ ਸੱਤ ਦਾ ਪ੍ਰਤੀਕ ਹੈ। ਇਸ ਕਰਕੇ ਜਿਨ੍ਹਾਂ ਨੇ ਗੁਰੂ ਦੀ ਆਗਿਆ ਅਨੁਸਾਰ ਕੱਪੜਾ ਪਹਿਨਿਆ ਹੈ, ਉਹਦੀ ਆਗਿਆ ਅਨੁਸਾਰ ਖਾਧਾ ਹੈ, ਉਹਦੇ 'ਤੇ ਕਿਰਪਾ ਦੀ, ਅਤੇ ਸਾਨੂੰ ਜਿੱਥੋਂ ਵੀ ਚੰਗਾ ਚੋਖਾ ਮਿਲ ਜਾਵੇ ਅਸੀਂ ਵੇਖਣਾ ਨਹੀਂ ਮਰਜ਼ਾਦਾ ਹੈ ਕਿ ਨਹੀਂ। ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ, ਭਾਈ ਪਰਮੇਸ਼ਰ ਕੋਲੋਂ ਇਹ ਮੰਗੋ ਮਹਾਰਾਜ ਇੱਜ਼ਤ ਰੱਖ, ਭਾਵੇਂ ਅੱਧੀ ਬਖਸ਼ ਦੇ ਪਰ ਇੱਜ਼ਤ ਵਾਲੀ ਬਖਸ਼ੀ। ਇਸ ਕਰਕੇ ਕੱਪੜਾ ਸਾਨੂੰ ਉਹ ਬਖਸ਼ਣਾ ਕਰ ਜਿਹਦੇ ਨਾਲ ਸਾਡੀ ਇੱਜ਼ਤ ਰਹਿ ਜਾਵੇ। ਅਤੇ ਸਤਿਗੁਰੂ ਜੀ ਕਹਿੰਦੇ ਲੋਕਾਂ ਦੀ ਜੀਵਾਂ ਦੀ ਹਾਲਤ ਐਸੀ ਹੈ, ਵਾਹੂ ਸੰਦੇ ਕੱਪੜੇ ਪਹਿਰੇ ਗਰਭ ਗਵਾਰ, ਜਿਹੜੇ ਹਵਾ ਨਾਲ ਉੱਡ ਜਾਣ ਅਤੇ ਜੀਵ ਦਾ ਪਰਦਾ ਉੱਡ ਜਾਵੇ, ਇਹੋ ਜਿਹੇ ਕੱਪੜੇ ਪਾ ਕੇ ਸੰਸਾਰ ਦੇ ਲੋਕ ਖੁਸ਼ ਹੁੰਦੇ ਹਨ। ਅਤੇ ਪਰਮੇਸ਼ਰ ਦੇ ਪਿਆਰੇ ਕਹਿੰਦੇ, ਭਾਈ ਜੋ ਗੁਰੂ ਦੀ ਆਗਿਆ ਅਨੁਸਾਰ ਚੱਲੀਏ ਅਤੇ ਹੋਰ ਵੀ ਕਿਸੇ ਨੂੰ ਵੇਖ ਕੇ ਮੱਤ ਆ ਜਾਂਦੀ ਹੈ। ਦਾਸ ਦਾਸਨ ਕੋ ਕਰ ਲਿਓ ਗੋਪਾਲਾ, ਕਿਰਪਾ ਨਿਧਾਨ ਦੀਨ ਦਇਆਲਾ। ਹੇ ਗੋਪਾਲਾ, ਗੋ ਕਹਿੰਦੇ ਪ੍ਰਿਥਵੀ ਨੂੰ, ਪਾਲਾ ਕਹਿੰਦੇ ਪਾਲਣ ਵਾਲਾ, ਗੋਪਾਲ ਉਹ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ ਪ੍ਰਿਥਵੀ ਪਾਲਕ ਪਰਮਾਤਮਾ। ਆਪ ਮੈਨੂੰ ਦਾਸਾਂ ਦਾ ਦਾਸ ਕਰ ਲਓ, ਤੇਰੇ ਸੇਵਕਾਂ ਦਾ ਸੇਵਕ ਬਣ ਜਾਵੇਂ। ਨਿਮਰਤਾ ਹੈ, ਇਹ ਨਹੀਂ ਕਹਿਣਾ ਕਿ ਮੈਂ ਵੱਡਾ ਸੇਵਕ ਹਾਂ, ਮੈਂ ਇੰਨੇ ਚਿਰ ਦਾ ਸੇਵਾ ਕਰਦਾ, ਮੇਰਾ ਤਜਰਬਾ। ਕਹਿਣਾ ਗੁਰੂ ਰਾਮਦਾਸ ਜੀ ਦਾ ਫਿਰ ਅੱਗੇ ਬਚਨ ਆ ਜਾਂਦਾ ਹੈ ਕਿ ਸੇਵਾ ਕਰਨ ਲੱਗਿਆਂ 3 ਭੱਬਿਆਂ ਦਾ ਖਿਆਲ ਰੱਖਣਾ। ਕਿਸੇ ਨਾਲ ਕੋਈ ਬਚਨ ਕਰਨਾ, ਕਹਿਣਾ ਭਾਈ ਸਾਹਿਬ ਇਹ ਭੱਬਾ ਵਰਤਣਾ ਹੈ। ਅਤੇ ਜੇ ਕੋਈ ਗਲਤ ਹੋ ਗਿਆ, ਕੋਈ ਕਾਰੋਬਾਰ ਕਿਸੇ ਗਲਤੀ ਹੋ ਗਈ, ਅਤੇ ਕਹਿਣਾ ਭੱਬਾ ਭੁੱਲ ਹੋ ਗਈ। ਅਤੇ ਇਸ ਕਰਕੇ ਇੱਕ ਭੱਬਾ ਇਹ ਹੈ ਕਿ ਜੇ ਕਿਸੇ ਨੇ ਕੋਈ ਚੰਗਾ ਕੰਮ ਕੀਤਾ ਤਾਂ ਉਹਨੂੰ ਇਹ ਨਹੀਂ ਕਹਿਣਾ ਤੂੰ ਕਿਉਂ ਕੀਤਾ, ਕਹਿਣਾ ਭਲਾ ਹੋਵੇ, ਭਲਾ ਹੋ ਗਿਆ। ਭੱਬਾ ਭਲਾ, ਭੱਬਾ ਭਾਈ ਸਾਹਿਬ, ਅਤੇ ਭੱਬਾ ਭੁੱਲ ਹੋ ਗਈ। ਜਿਨ੍ਹਾਂ ਨੇ 3 ਭੱਬੇ ਯਾਦ ਰੱਖੇ ਉਹਨਾਂ ਦੀ ਸੇਵਾ ਕੀਤੀ ਹੋਈ ਥਾਂ ਪੈਂਦੀ ਹੈ। ਅਤੇ ਸਤਿਗੁਰੂ ਜੀ ਕਹਿੰਦੇ ਇਸ ਕਰਕੇ ਮਹਾਰਾਜ ਆਪ ਕਿਰਪਾ ਕਰੋ, ਆਪ ਕਿਰਪਾ ਦੇ ਖਜ਼ਾਨੇ ਹੋ ਅਤੇ ਦੀਨਾਂ ਪਰ ਦਿਆਲੂ ਹੋ। ਜਿਨ੍ਹਾਂ ਦਾ ਕੋਈ ਮਾਲਕ ਨਹੀਂ ਤੂੰ ਉਹਨਾਂ 'ਤੇ ਦਇਆ ਕਰਕੇ ਉਹਨਾਂ ਨੂੰ ਆਪਣੇ ਬਣਾ ਲੈਂਦਾ ਹੈ। ਅਤੇ ਜਿਹੜਾ ਹੋਰ ਮਾਲਕ ਸਮਝਦੇ ਹਨ, ਹੋਰ ਆਸਰੇ ਤੱਕਦੇ ਤੇਰੀ, ਉਹਨਾਂ 'ਤੇ ਕਿਰਪਾ ਉਹ ਨਹੀਂ ਹੁੰਦੀ। ਉਹਦੀ ਕਿਰਪਾ ਤਾਂ ਹੀ ਹੁੰਦੀ ਜਦੋਂ ਸਾਰੇ ਆਸਰੇ ਛੱਡ ਕੇ ਇੱਕ ਉਹਦਾ ਆਸਰਾ ਫੜਿਆ ਜਾਵੇ। ਇਹੀ ਬਾਰ-ਬਾਰ ਸਤਿਗੁਰੂ ਸਿੱਖਿਆ ਦਿੰਦੇ, ਇਹੀ ਬਾਰ-ਬਾਰ ਅਸੀਂ ਭੁੱਲ ਕਰਦੇ ਹਾਂ। ਮਹਾਰਾਜ ਰਹਿਮਤ ਬਖਸ਼ਣ।
सखा सहाई पूर्ण परमेश्वर मिल कदे न होवी पंगना। हे पूर्ण परमेश्वर, पूर्ण भाव कदे भी कोई ਉਹਦੇ ਵਿੱਚ ਊਣਤਾਈ ਨਹੀਂ, ਨਾ ਗੁਰੂ ਵਿੱਚ ਤੇ ਨਾ ਪਰਮੇਸ਼ਰ ਵਿੱਚ। ਜਿਹੜਾ ਪੂਰਾ ਗੁਰੂ ਹੈ ਤੇ ਪਰਮੇਸ਼ਰ ਇੱਕ ਹੈ। हे पूर्ण परमेश्वर, आप मित्र हो के सहायता करने वाले हो। आप मैनू आके मिलो ਤਾਂ ਫਿਰ ਕਦੇ ਵੀ ਵਿਘਨ ਨਹੀਂ ਹੋਵੇਗਾ। ਜੇ ਤੂੰ ਸਾਡੇ ਨਾਲ ਹੋਵੇਗਾ ਤੇ ਕੋਈ ਵੀ ਨੁਕਸਾਨ ਨਹੀਂ। ਜਿਹਨੇ ਉਹਦਾ ਸੰਗ ਮੰਗ ਲਿਆ ਸਮਝੋ ਉਹਦੇ ਕੋਲੋਂ ਪਰਮੇਸ਼ਰ ਕੁਝ ਲੁਕਾਇਆ ਨਹੀਂ। ਬਹਾਦਰ ਬਾਬਾ ਵਿਧੀ ਚੰਦ ਜਿਹੜੇ ਗੁਰੂ ਘਰ ਦੇ ਵਿੱਚ ਪਹਿਲੇ ਬਹਾਦਰ ਮੰਨੇ ਗਏ ਹਨ, ਪ੍ਰਚਾਰਕ, ਸੇਵਾਦਾਰ, ਸਭ ਤੋਂ ਵੱਡੇ ਸੂਝਵਾਨ, ਜਿਨ੍ਹਾਂ ਨੂੰ ਬਾਰ-ਬਾਰ ਸਤਿਗੁਰਾਂ ਕਿਹਾ ਭਾਈ ਤੇਰੀ ਜਿਹੋ ਜਿਹੀ ਮੱਤ ਹੈ, ਜਿਹੋ ਜਿਹੀ ਤੇਰੀ ਸਮੱਤ ਹੈ, ਬੁੱਧੀ ਹੈ, ਇਹ ਤੇਰੇ ਹਿੱਸੇ ਵਿੱਚ ਹੀ ਆਈ ਹੈ। ਜਿਨ੍ਹਾਂ ਨੂੰ ਆਪਣਾ ਸੀਨਾ ਬਣਾ ਲਿਆ, ਬੜੇ ਵਰ ਦਿੱਤੇ। ਤੇ ਇਸੇ ਪ੍ਰਕਾਰ ਇੱਕ ਦਿਨ ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ ਸਾਹਿਬ ਹੋਰ ਕੁਝ ਮੰਗਣਾ? ਕਹਿੰਦੇ ਮਹਾਰਾਜ ਆਪ ਦਾ ਅੰਗ, ਸਾਧ ਦਾ ਸੰਗ, ਨਾਮ ਦਾ ਰੰਗ, ਨਿਹਚਾ ਅਭੰਗ ਇਹ ਬਖਸ਼ਣਾ ਕਰੋ ਕਿ ਸਦਾ ਹੀ ਤੁਹਾਡਾ ਅੰਗ ਸੰਗ ਮੇਰੇ ਸਾਥ ਹੋਵੇ। ਜੇ ਆਪ ਨਾਲ ਹੋ ਤੇ ਮੈਨੂੰ ਕੋਈ ਚਿੰਤਾ ਫਿਕਰ ਨਹੀਂ। ਤੇ ਜੇ ਮੈਨੂੰ ਤੇਰੇ ਸੰਤਾਂ ਦਾ ਸੰਗ ਹੋ ਜਾਵੇਗਾ ਤੇ ਮੈਂ ਕਦੇ ਵੀ ਗਲਤ ਕੰਮ ਨਹੀਂ ਕਰਾਂਗਾ। ਤੇ ਜੇ ਨਾਮ ਦਾ ਰੰਗ ਚੜ੍ਹਿਆ ਹੋਵੇਗਾ ਤੇ ਮੈਂ ਕਦੇ ਵੀ ਹੋਰ ਪਾਸੇ ਬਿਰਤੀ ਨੂੰ ਖੁਆਰ ਨਹੀਂ ਕਰਾਂਗਾ। ਤੇ ਜੇ ਮੇਰਾ ਨੇਚਾ ਪੱਕਾ ਹੋ ਜਾਵੇਗਾ ਤੇ ਆਪੇ ਮੈਨੂੰ ਮੰਜ਼ਿਲ ਪ੍ਰਾਪਤ ਹੋ ਜਾਵੇਗੀ। ਜਿੰਨਾ ਚਿਰ ਨੇਚਾ ਨਹੀਂ ਸਾਡਾ ਪੱਕਾ ਹੁੰਦਾ, ਕਦੀ ਕਿਤੇ ਉਹ ਕੰਮ ਬਣਦਾ ਨਹੀਂ। ਐਸਾ ਸਤਿਗੁਰੂ ਜੀ ਇੱਥੇ ਬਚਨ ਕਰ ਰਹੇ ਹਨ ਕਿ ਜਿਨ੍ਹਾਂ ਨੇ ਇਹ ਕੁਝ ਮੰਗ ਲਿਆ ਉਹਦੀ ਫਿਰ ਆਪ ਨਾਲ ਹੋ ਕੇ ਸਹਾਇਤਾ ਕਰਦਾ। ਐਵੇਂ ਬਚਨ ਨਹੀਂ, ਆਪ ਜਾਣਦੇ ਹੋ ਸਤਿਗੁਰਾਂ ਦਾ ਫਰਮਾਨ ਹੈ, ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠ ਧਾਵੈ। ਸੇਵਕ ਕੋ ਨਿਗਟੀ ਹੋਏ ਦਿਖਾਵੇ। ਇਸ ਪ੍ਰਕਾਰ ਆਸਾ ਰਾਗ ਦੇ ਵਿੱਚ ਸ਼ਬਦ ਆਉਂਦਾ ਹੈ। ਉਹਨੂੰ ਫਿਰ ਕੋਈ ਵਿਘਨ ਨਹੀਂ ਲੱਗਦਾ। ਤੇ ਜੇ ਉਹਨੂੰ ਨਹੀਂ ਮੰਗਿਆ, ਉਹਦਾ ਸਾਥ ਨਹੀਂ ਮੰਗਿਆ ਤੇ ਸੰਸਾਰ ਦੀ ਸਾਰੀ ਜਿੰਨੀ ਜੋ ਸੰਪਤੀ ਜਾਇਦਾਦ ਮਿਲ ਜਾਵੇ ਕਿਸੇ ਕੰਮ ਨਹੀਂ। ਕਿਉਂਕਿ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ ਮਨ ਤਨ ਅਰਪ ਧਰੀ ਹਰ ਆਗੈ, ਜਨਮ ਜਨਮ ਕਾ ਸੋਇਆ ਜਾਗੈ। ਮਨ ਵੀ ਅਰਪਿਆ ਹੈ, ਆਪਣੇ ਮਨ ਦੀ ਮਰਜ਼ੀ ਛੱਡ ਦਿੱਤੀ ਹੈ ਤੇ ਜੋ ਗੁਰੂ ਦੀ ਆਗਿਆ ਉਹਨੂੰ ਮੰਨਣਾ, ਉਹ ਸਮਝੋ ਇਹਨੇ ਮਨ ਗੁਰੂ ਨੂੰ ਦੇ ਦਿੱਤਾ ਹੈ। ਸਰੀਰ ਵੀ ਹਰੀ ਅਤੇ ਅੱਗੇ ਵਾਹਿਗੁਰੂ ਦੇ ਅੱਗੇ ਸਰੀਰ ਵੀ ਭੇਟਾ ਰੱਖ ਦਿੱਤੀ ਹੈ। ਸਰੀਰ ਉਹਦੇ ਅੱਗੇ ਭੇਟਾ ਰੱਖ ਦਿੱਤਾ ਹੈ। ਮਹਾਰਾਜ ਸਰੀਰ ਤੇਰਾ ਬਖਸ਼ਿਆ ਹੈ, ਤੇਰੀ ਸੇਵਾ ਵਿੱਚ ਹੈ, ਜੋ ਤੂੰ ਕਰਾਵੇਂ ਉਹੀ ਕੁਝ ਕਰੇਗਾ। ਜਿਸ ਕਰਕੇ ਜਨਮਾਂ ਜਨਮਾਂਤਰਾਂ ਦਾ ਸੁੱਤਾ ਹੋਇਆ ਮਨ ਜਾਗ ਪਿਆ ਹੈ। ਜਦੋਂ ਆਪਣੀ ਮਨ ਦੀ ਮਰਜ਼ੀ ਛੱਡ ਦਿੱਤੀ, ਆਪਣਾ ਮਨ ਗੁਰੂ ਨੂੰ ਦੇ ਦਿੱਤਾ ਕਿ ਮੈਂ ਕੁਝ ਨਹੀਂ, ਤੂੰ ਆਪਣੀ ਮੱਤ ਸਾਨੂੰ ਬਖਸ਼, ਮੇਰੇ ਮਨ ਦੀ ਮੱਤ ਤੂੰ ਲੈ ਲੈ। ਤੇ ਜਨਮਾਂ ਜਨਮਾਂ ਦਾ ਭੁੱਲਾ ਹੋਇਆ ਇਹਨੂੰ ਸਾਰਾ ਗਿਆਨ ਹੋ ਜਾਂਦਾ। ਚਾਰਨ ਕਰੋ ਸ੍ਰੀ ਵਾਹਿਗੁਰੂ। ਜਿਸ ਕਾ ਸਾ ਸੋਈ ਪ੍ਰਤਪਾਲਕ, ਹੱਥ ਤਿਆਗੀ ਹਉ ਮੈਂ ਹੰਤਨਾ। ਜਿਸ ਪ੍ਰਭੂ ਦਾ ਮੈਂ ਦਾਸ ਹਾਂ, ਜਿਹੜੇ ਵਾਹਿਗੁਰੂ ਦਾ ਮੈਂ ਸੇਵਕ ਹਾਂ, ਉਹੀ ਮੇਰਾ ਪ੍ਰਤਪਾਲਕ ਹੈ, ਸਦਾ ਉਹੀ ਪਾਲਣਾ ਕਰਦਾ ਹੈ। ਕਿਉਂਕਿ ਉਹਦੇ ਵਰਗੀ ਤਾਕਤ ਹੋਰ ਕਿਸੇ ਕੋਲ ਨਹੀਂ। ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾਂ ਨਾਮ ਤੇਰੇ ਸੰਗ ਸਹਾਈ। ਜਿੱਥੇ ਕੋ ਮਾਂ ਪਿਓ ਪੁੱਤਰ ਧੀ ਨਹੀਂ ਸਾਥ ਨਿਭਾ ਸਕਦਾ, ਹਰ ਥਾਂ ਹਰ ਸਮੇਂ ਹਰ ਕੰਮ ਦੇ ਵਿੱਚ ਉੱਥੇ ਗੁਰੂ ਤੇ ਪਰਮੇਸ਼ਰ ਸਾਥੀ ਹੁੰਦਾ ਹੈ। ਜਿਹੜੇ ਸਦਾ ਉਹਨੂੰ ਯਾਦ ਰੱਖਦੇ ਹਨ ਉਹਨਾਂ ਦਾ ਉਹ ਸਾਥ ਨਿਭਾਉਂਦਾ ਹੈ। ਜਿਸ ਕਰਕੇ ਹੰਕਾਰ ਨਾਸ ਕਰਨ ਵਾਲੀ ਹੰਗਤਾ, ਦੇਹ ਹੰਗਤਾ ਤੇ ਮੈਂ ਮੇਰੀ ਜਿਹੜੀ ਇਹ ਤਿਆਗ ਛੱਡੀ ਹੈ ਕਿ ਇਹਦੇ ਵਿੱਚ ਕੁਝ ਵੀ ਪ੍ਰਾਪਤ ਨਹੀਂ ਹੋਣਾ। ਗੁਰੂ ਕੀ ਆਗਿਆ ਨੂੰ ਮੰਨਣਾ ਹੈ। ਕਿਉਂਕਿ ਮੇਰੀ ਨਾ ਕਰੀ ਮਨਾ ਮੇਰਿਆ, ਮੇਰੀ ਵਾਲਾ ਕੋਈ ਨਾ ਰਿਹਾ। ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ ਹਨ। ਅੱਜ ਦੀ ਵਿਚਾਰ ਦੀ ਇੱਥੇ ਵਿਸਰਾਮਤਾ ਹੋ ਰਹੀ ਹੈ। 8 ਪਦਿਆਂ ਤੱਕ ਅੰਤਲੀਆਂ ਇਹ ਤੁਕਾਂ ਹਨ, ਇੱਥੋਂ ਤੱਕ 8 ਪਦਿਆਂ ਤੱਕ। ਅਗਲਾ ਫਰਮਾਨ ਮਹਾਰਾਜ ਦੀ ਕਿਰਪਾ ਦੇ ਨਾਲ ਫਿਰ ਆਪ ਸਰਵਣ ਕਰੋਗੇ। ਸਤਿਗੁਰੂ ਜੀ ਇਹਦੇ ਵਿੱਚ ਮੈਂ ਰਹਿਮਤ ਕਰਦੇ ਹਨ। ਜਲ ਥਲ ਪੂਰਨ ਅੰਤਰ ਜਾਮੇ,
ਘਟ ਘਟ ਰਵਿਆ ਛਲ ਸੁਆਮੀ। ਸਾਰਿਆਂ ਦੇ ਅੰਦਰ ਦੀ ਜਾਣਨ ਵਾਲੇ, ਹੇ ਅੰਤਰਜਾਮੀ ਪ੍ਰਭੂ, ਤੂੰ ਜਲਾਂ ਥਲਾਂ ਵਿੱਚ ਪੂਰਨ ਹੈ, ਧਰਤੀ ਵਿੱਚ ਵੀ ਹੈ, ਪਾਣੀ ਵਿੱਚ ਵੀ ਹੈ, ਆਕਾਸ਼ ਵਿੱਚ ਵੀ ਹੈ, ਰੁੱਖਾਂ ਦਰਖਤਾਂ ਵਿੱਚ ਵੀ ਹੈ। ਹੇ ਅਛਲ ਸੁਆਮੀ, ਛਲ ਤੋਂ ਤੂੰ ਰਹਿਤ ਹੈ। ਪਰਮਾਤਮਾ, ਤੂੰ ਸਭਨਾ ਘਟਾ ਘਟਾਂ ਵਿੱਚ ਵਿਆਪਕ ਹੈ। ਜੇ ਤੂੰ ਸਾਰਿਆਂ ਦੇ ਵਿੱਚ ਵਸਦਾ ਹੈ, ਭਰਮ ਭੀਤ ਖੋਈ ਗੁਰ ਪੂਰੈ, ਏਕ ਰਵਿਆ ਸਰਬੰਗਨਾ। ਭਰਮ ਭੀਤ ਖੋਈ ਗੁਰ ਪੂਰੈ, ਏਕ ਰਵਿਆ ਸਰਬੰਗਨਾ। ਜਿਸ ਵੇਲੇ ਪੂਰਿਆਂ ਗੁਰਾਂ ਨੇ ਭਰਮ ਰੂਪ ਕੰਧ ਜਿਹੜੀ ਨਾਸ ਕਰ ਦਿੱਤੀ, ਭਰਮ ਦੀ ਕੰਧ ਅੱਗੋਂ ਢਾਹ ਦਿੱਤੀ, ਪਰਦਾ ਹਟ ਗਿਆ, ਤਾਂ ਸਾਰਿਆਂ ਸਰੀਰਾਂ ਵਿੱਚ ਇੱਕ ਪ੍ਰਭੂ ਨੂੰ ਰਵਿਆ ਹੋਇਆ ਨਿਸ਼ਚੈ ਕੀਤਾ। ਸਾਡੀਆਂ ਅੱਖਾਂ ਦੇ ਗਾੜੀ ਪਰਦਾ ਹਉਮੈ ਦਾ ਆਇਆ ਹੈ, ਝੂਠ ਦੀ ਕੰਧ ਹੋਈ ਹੈ, ਜਿਸ ਕਰਕੇ ਸਾਨੂੰ ਅਸਲ ਜਿਹੜੀ ਹੈ ਪਰਮੇਸ਼ਰ ਦੀ ਜੋ ਸੂਰਤ ਹੈ, ਉਹਦੀ ਸ਼ਕਤੀ ਹੈ, ਦਿਸਦੀ ਨਹੀਂ। ਅਤੇ ਸਤਿਗੁਰਾਂ ਤਾਂ ਹੀ ਕਥਨ ਕੀਤਾ, ਪਹਿਲਾਂ ਇਹ ਸੋਝੀ ਦਿੱਤੀ ਕਿ ਸਚਿਆਰਾ ਹੋਈ ਹੈ, ਕਿਵੇਂ ਕੂੜੇ ਟੁੱਟੇ ਪਾਲ, ਕਿਵੇਂ ਸਿਆਣੇ ਬਣੀਏ, ਕਿਵੇਂ ਉਹ ਕੰਧ ਟੁੱਟੇ ਝੂਠ ਦੀ ਅਤੇ ਪਰਦਾ ਪਾਸੇ ਹੋਵੇ ਭਰਮ ਦਾ, ਅਤੇ ਨਿਗਾਹ ਸਾਡੀ ਕੰਮ ਕਰੇ, ਸਾਨੂੰ ਦਿਸ ਪਵੇ ਅੱਗੇ ਗੁਰੂ ਦੇ ਦਰਸ਼ਨ, ਪਰਮੇਸ਼ਰ ਦਾ ਦਰਸ਼ਨ ਹੋਵੇ। ਕਹਿੰਦੇ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਸਦਾ ਉਹਦੇ ਹੁਕਮ ਦੇ ਵਿੱਚ ਚੱਲੀਏ ਅਤੇ ਆਪਣੇ ਆਪ ਭਰਮ ਭੁਲੇਖਾ ਦੂਰ ਹੋ ਜਾਂਦਾ। ਆਪਣੀ ਮੱਤ ਛੱਡਣੀ ਪੈਂਦੀ ਜਿਹੜਾ ਇੱਥੇ ਆਉਂਦਾ ਹੈ, ਅਤੇ ਫਿਰ ਉਹਦੀ ਝੋਲੀ ਭਰ ਜਾਂਦੀ ਹੈ। ਜਿਹਨੇ ਆਪਣੀ ਮੱਤ ਨੂੰ ਗਾੜੀ ਰੱਖਿਆ ਹੈ, ਉਹ ਸਮਝੋ ਕਿ ਜੇ ਭਾਂਡੇ ਵਿੱਚ ਛੇਕ ਹੈ, ਉੱਥੇ ਵਸਤੂ ਟਿਕਦੀ ਨਹੀਂ, ਕਿਉਂਕਿ ਪਹਿਲਾ ਫੁਰਨਾ ਖਤਮ ਹੋ ਗਿਆ ਅੰਦਰ ਦਾ, ਫਿਰ ਉਹਦੇ ਵਿੱਚ ਕੁਝ ਪਵੇਗਾ। ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਉਹਦੇ ਵਿੱਚ ਹੋਰ ਵਸਤੂ ਤਾਂ ਪਵੇਗੀ ਜੇ ਪਹਿਲੀ ਨੂੰ ਪਾਸੇ ਕੀਤਾ ਹੋਵੇ। ਜੇ ਅੱਗੇ ਹੀ ਕਈ ਕੁਝ ਸਾਡੇ ਅੰਦਰ ਭਰਮ ਭੁਲੇਖੇ ਕਈ ਵਿਚਾਰ ਹਨ, ਅਤੇ ਗੁਰੂ ਦੀ ਮੱਤ ਤਾਂ ਹੀ ਟਿਕਦੀ ਨਹੀਂ। ਜਿਹਨੂੰ ਸੁਣਨ ਦੀ ਜਾਚ ਆ ਗਈ, ਉਹਦੇ ਅੰਦਰੋਂ ਪਹਿਲਾਂ ਸਭ ਕੁਝ ਨਿਕਲ ਜਾਂਦਾ ਹੈ ਹਉਮੈ ਵਾਲਾ, ਉਹਦੇ ਅੰਦਰ ਗੁਰੂ ਦੀ ਮੱਤ ਦਾ ਫਿਰ ਵਾਸਾ ਹੁੰਦਾ ਹੈ। ਸੋ ਸਤਿਗੁਰੂ ਰਹਿਮਤ ਕਰਨ, ਪੜ੍ਹਦੇ ਸੁਣਦਿਆਂ ਨੂੰ ਲਾਹੇਵੰਦ ਕਰਨ, ਧਰਮ ਦਾ ਪੰਥ ਦਾ ਵਾਧਾ ਹੋਵੇ, ਏਕਤਾ ਹੋਵੇ। ਗੁਰੂ ਪਿਆਰੀ ਸਾਧ ਸੰਗਤ ਇੰਨੇ ਸਮੇਂ 'ਚ ਇੰਨਾ ਕੁਝ ਕਹਿੰਦਿਆਂ ਹੈ ਸਮੂਰਖ ਪਾਪੀ ਅਣਜਾਣ ਜੀਵ ਕੋਲੋਂ ਬੇਅੰਤ ਭੁੱਲਾਂ ਹੋਈਆਂ। ਗੁਰੂ ਕੀ ਸਾਧ ਸੰਗਤ ਮਹਾਂਪੁਰਖ ਸਤਿਗੁਰੂ ਬਖਸ਼ਣ ਯੋਗ ਹੋ। ਔਗਣਾਂ ਨੂੰ ਨਾਜ ਤਾਰਨਾ ਕੇ ਤੋਂ ਸੋਧੀ ਬਖਸ਼ਣੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਜੋ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।